ਦੇਖੋ ਮੇਰਾ ਮੇਨ ਪ੍ਰਚਾਰ ਕਰਨ ਦਾ ਜਿਹੜਾ ਵੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਹਟਾ ਕੇ ਸਿੱਖ ਧਰਮ ਵਾਲੇ ਪਾਸੇ ਲੈ ਕੇ ਆਉਣਾ ਤੇ ਨਾਲ ਉਹਨਾਂ ਨੂੰ ਜਿਹੜਾ ਜਿਮ ਲਾਉਣ ਦੇ ਲਈ ਸ਼ਸਤਰ ਵਿਦਿਆ ਦੇ ਲਈ ਕਰਾਟੇ ਦੀ ਵਿਦਿਆ ਲਈ ਉਤਸ਼ਾਹ ਕਰਨਾ ਮੇਨ ਇਹ ਵਿਸ਼ਾ ਮੇਰਾ ਵੀ। ਸਿਰਫ ਇਹ ਸੇਵਾ ਹੀ ਹੈ ਤੁਹਾਡੀ ਜਾਂ ਫਿਰ ਕੁਝ ਰੋਟੀ ਪਾਣੀ ਦਾ ਸਿਸਟਮ ਕੀ ਰੱਖਿਆ ਹੈ? ਦੇਖੋ ਜੀ ਇਹ ਮੇਰੀ ਸੇਵਾ ਵੀ ਹੈ ਤੇ ਨਾਲ ਮੇਰੀ ਕਿਰਤ ਵੀ ਹੈ। ਦੇਖੋ ਮੈਂ ਪਹਿਲਾਂ ਸ਼ਸਤਰਾਂ ਦੀ ਜਾਣਕਾਰੀ ਸੰਗਤਾਂ ਨੂੰ ਦਿੰਦਾ ਏ, ਸੰਗਤਾਂ ਨੂੰ ਜਿਹੜੀ ਜਾਣਕਾਰੀ ਦਿੰਦਾ ਏ ਵੀ ਇਹ ਸਾਡੇ ਜਿਵੇਂ ਸਰਬਲੋਹ ਦੇ ਬਰਤਨ ਨੇ ਵੀ ਪਹਿਲਾਂ ਪੁਰਾਤਨ ਸਿੰਘ ਲੋਹੇ 'ਚ ਬਣਾਉਂਦੇ ਸੀ, ਲੋਹੇ 'ਚ ਖਾਂਦੇ ਸੀ ਤੇ ਲੋਹੇ ਵਰਗੇ ਬਣ ਕੇ ਰਹਿੰਦੇ ਸੀ। ਜਿਹੜੇ ਲੋਹੇ ਦੇ ਸਾਰੇ ਬਰਤਨ ਸਰਬਲੋਹ ਦੇ ਸਾਰੇ ਬਰਤਨ ਨੇ ਵੀ ਇਹਨਾਂ ਨੂੰ ਸੰਗਤਾਂ ਨੂੰ ਜਾਗਰੂਕ ਕਰਦਾ ਏ ਕਿ ਅੱਜ ਦੇਖੋ ਹਰੇਕ ਘਰ ਦੇ ਅੰਦਰ ਬਿਮਾਰੀ ਹੈ। ਬਿਮਾਰੀ ਹੋਣ ਦਾ ਕੀ ਕਾਰਨ ਆ ਕਿ ਅਸੀਂ ਲੋਹਾ ਛੱਡਤਾ। ਪਹਿਲਾਂ ਪੁਰਾਤਨ ਸਿੰਘ ਲੋਹੇ 'ਚ ਬਣਾਉਂਦੇ ਸੀ, ਲੋਹੇ 'ਚ ਖਾਂਦੇ ਸੀ ਤੇ ਲੋਹੇ ਵਰਗੇ ਬਣ ਕੇ ਰਹਿੰਦੇ ਸੀ ਤੇ ਅੱਜ ਕਿਉਂ ਨਹੀਂ ਉਦਾਂ ਦੇ? ਜਿਸ ਤਰ੍ਹਾਂ ਅੱਜ ਕੱਲ੍ਹ ਸਾਡੀਆਂ ਭੈਣਾਂ ਤੇ ਖਾਸ ਕਰਕੇ ਹਮਲੇ ਹੋ ਰਹੇ ਨੇ, ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਜਾ ਰਿਹਾ। ਕਾਰਨ ਕੀ ਹੈ ਕਿ ਸਾਡੇ ਕੋਲ ਨਾ ਤੇ ਕਰਾਟੇ ਦੀ ਵਿੱਦਿਆ ਨਾ ਹੀ ਸ਼ਸਤਰ ਦੀ ਵਿੱਦਿਆ। ਉਹਨਾਂ ਨੂੰ ਇਹ ਸ਼ਸਤਰ ਦਰਸ਼ਨ ਦੀਦਾਰੇ ਕਰਵਾਈਦੇ ਨੇ, ਨਾਲ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰੀਦੀ ਕਿ ਆਪਣੀ ਇੱਜ਼ਤ ਦੀ ਰਾਖੀ ਦੇ ਲਈ ਕਰਾਟੇ ਅਤੇ ਸ਼ਸਤਰ ਵਿੱਦਿਆ ਜਿਹੜੀ ਜ਼ਰੂਰ ਸਿੱਖੋ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਕਮਾਨ ਸੀ ਉਹ 9 ਟੰਕੀ ਸੀ ਜੀ। ਇੱਕ ਟੰਕ 25 ਕਿਲੋ ਦਾ ਹੁੰਦਾ। 9 ਟੰਕੀ ਕਮਾਨ ਨੂੰ ਉਹ ਮਨੁੱਖ ਖਿੱਚ ਸਕਦਾ ਹੈ ਜੋ ਇੱਕ ਹੱਥ ਦੇ ਨਾਲ 496 ਪੌਂਡ ਭਾਵ 2 ਕੁਆਂਟਲ 25 ਕਿਲੋ ਵਜਨ ਆਸਾਨੀ ਦੇ ਨਾਲ ਇੱਕ ਹੱਥ ਦੇ ਨਾਲ ਚੁੱਕ ਸਕਦਾ ਹੋਵੇ। ਕਹਿਣ ਦਾ ਭਾਵ ਸੰਗਤ ਜੀ ਪ੍ਰੈਕਟੀਕਲੀ ਜਾਣਕਾਰੀ ਮੈਂ ਦੇਣ ਦੀ ਕੋਸ਼ਿਸ਼ ਕਰਾਂ ਕਿ ਜਿਸ ਤਰ੍ਹਾਂ 2 ਕੁਆਂਟਲ 25 ਕਿਲੋ ਵਜਨ ਚੁੱਕਣ ਨੂੰ ਜ਼ੋਰ ਲੱਗਦਾ ਹੈ, ਉਸ ਤਰ੍ਹਾਂ ਜਿਹੜਾ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਕਮਾਨ ਸੀ ਉਹਨੂੰ ਇਸ ਤਰ੍ਹਾਂ ਇਦਾਂ ਖਿੱਚਣ ਨੂੰ ਜ਼ੋਰ ਲੱਗਦਾ ਸੀ ਤੇ ਜਦੋਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ ਸੀ ਕਈ ਦੁਸ਼ਮਣਾਂ ਦੇ ਸੀਨੇ ਪਾੜ ਕੇ ਨਿਕਲਦਾ ਸੀ। ਤੀਰ ਕਮਾਨ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਸ ਸਮੇਂ ਜਾਂ ਤਾਂ ਗੁਰੂ ਦੇ ਸਿੰਘ ਪੈਦਲ ਚਿੱਠੀਆਂ ਲੈ ਕੇ ਜਾਂਦੇ ਸੀ ਜਾਂ ਘੋੜਿਆਂ ਦੇ ਉੱਪਰ, ਜਾਂ ਕਲਗੀਧਰ ਪਾਤਸ਼ਾਹ ਜੀ ਖੁਦ ਜਿਹੜੀ ਚਿੱਠੀ ਉਰੇ ਬੰਨ੍ਹ ਕੇ ਉਰੇ ਮੂਹਰੇ ਸਜਾ ਕੇ ਉਹ ਆਪਣੇ ਸਾਕ ਸੰਬੰਧੀਆਂ ਤੱਕ ਤੇ ਦੁਸ਼ਮਣਾਂ ਤੱਕ ਉਹਨਾਂ ਨੇ ਚਿੱਠੀਆਂ ਇਹ ਤੀਰਾਂ ਦੇ ਰਾਹੀਂ ਪਹੁੰਚਾਈਆਂ ਨੇ। ਤੇ ਸੰਗਤ ਜੀ ਦਰਸ਼ਨ ਦੀਦਾਰੇ ਕਰੋ। ਸੈਫ ਅਤੇ ਸਰੋਹੀ ਇਹ ਦੋਵੇਂ ਸ਼ਸਤਰ, ਸੈਫ ਅਤੇ ਸਰੋਹੀ ਸ਼ਸਤਰ ਨੇ ਜਿਹੜੇ ਕਿ ਜਦੋਂ ਦੁਸ਼ਮਣ ਸਾਡੇ ਨੇੜੇ ਆ ਜਾਵੇ ਉਦੋਂ ਇਹ ਸ਼ਸਤਰਾਂ ਦਾ ਵਾਰ ਜਿਹੜਾ ਦੁਸ਼ਮਣ ਦੇ ਉੱਪਰ ਕੀਤਾ ਜਾਂਦਾ। ਤੇ ਸੰਗਤ ਜੀ ਨੌਜਵਾਨ ਵੀਰਾਂ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਦੇਖੋ ਵੀਰੋ, ਸਾਡੇ ਪੰਜਾਬ ਦੀ ਧਰਤੀ ਤੇ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਜੋ ਪੰਜਾਬ ਦੀ ਧਰਤੀ, ਇਹ ਤੇ ਬਹੁਤ ਜਿਹੜੇ ਸਾਡੇ ਕੰਮ ਨੇ ਜਿਹੜੇ ਕਰਨੇ ਵਾਲੇ ਨੇ। ਅਸੀਂ ਕੋਈ ਵੀ ਕੰਮ ਜਿਹੜਾ ਬਾਹਰ ਦਾ ਅੱਗੇ ਕਰਨਾ ਚਾਹੁੰਦੇ ਇੱਥੇ ਵੀ ਕਰ ਸਕਦੇ ਆ। ਕੋਸ਼ਿਸ਼ ਕਰੀਏ ਜ਼ਰੂਰ। ਦੋਸਤੋ, ਹਰ ਪਿੰਡ, ਹਰ ਸ਼ਹਿਰ, ਹਰ ਛੋਟੇ ਅਤੇ ਵੱਡੇ ਕਸਬੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਇੱਕ ਗੁਰੂ ਦਾ ਸਿੱਖ ਜਿਹਦੇ ਤੱਕ ਅਸੀਂ ਪਹੁੰਚ ਕੀਤੀ ਹੈ, ਡੇਲੀ ਪੋਸਟ ਪੰਜਾਬੀ ਨੇ ਪਹੁੰਚ ਕੀਤੀ ਹੈ। ਤਾਂ ਗੁਰੂ ਦਾ ਸਿੱਖ ਤੁਸੀਂ ਦੇਖ ਸਕਦੇ ਜੇ ਕਿ ਕਿਸ ਤਰੀਕੇ ਦੇ ਨਾਲ ਅਸਤਰ ਅਤੇ ਸ਼ਸਤਰ ਪੂਰੇ ਤਰੀਕੇ ਦੇ ਨਾਲ ਲੈ ਕੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਪ੍ਰਚਾਰ ਕਰਦਾ ਨਜ਼ਰ ਆ ਰਿਹਾ। ਤਾਂ ਗੱਲਬਾਤ ਅਸੀਂ ਕਰਕੇ ਦੇਖਦੇ ਹਾਂ ਉਸ ਗੁਰੂ ਦੇ ਸਿੱਖ ਦੇ ਨਾਲ। ਤਾਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਆਖਿਰ ਕੀ ਉਪਦੇਸ਼ ਕੀ ਹੈ, ਕਾਹਦੇ ਵਾਸਤੇ ਇਹ ਇੰਨੇ ਬੜੇ ਸ਼ਸਤਰ ਆਪਣੇ ਨਾਲ ਰੱਖ ਕੇ ਤਾਂ ਹਰ ਸ਼ਹਿਰ, ਹਰ ਕਸਬੇ, ਹਰ ਪਿੰਡ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ। ਕਿਸ ਤਰੀਕੇ ਦੇ ਨਾਲ ਰਣਨੀਤੀਆਂ ਤੈਅ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਜਾਣਾ ਹੈ, ਕਿ ਪੰਜਾਬ ਤੋਂ ਬਾਹਰ ਕਿਹੜੀ ਜਗ੍ਹਾ ਦੇ ਉੱਤੇ ਜਾਣਾ, ਕਿਹੜੀ ਜਗ੍ਹਾ ਦੇ ਉੱਤੇ ਅਸੀਂ ਹੋ ਕੇ ਆ ਗਏ ਹਾਂ। ਇਹ ਸਾਰੀ ਗੱਲਬਾਤ ਗੁਰੂ ਦੇ ਸਿੱਖ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਸਿੱਧੀ। ਤਾਂ ਅੱਜ ਤੁਹਾਨੂੰ ਸ਼ਸਤਰ ਵੀ ਦਿਖਾਵਾਂਗੇ ਕਿ ਕਿਹੜੇ ਸ਼ਸਤਰ ਹਰ ਵਕਤ ਨਾਲ ਮੌਜੂਦ ਰਹਿੰਦੇ ਨੇ। ਇਸ ਗੁਰੂ ਦੇ ਸਿੰਘ ਦੇ ਨਾਲ ਗੱਲਬਾਤ ਕਰਕੇ ਤਾਂ ਨਾਲ ਦੇ ਨਾਲ ਤਸਵੀਰ ਦਿਖਾ ਕੇ ਤਾਂ ਸਮਾਂ ਜ਼ਰੂਰ ਲੱਗਾ। ਇਸ ਬਾਈਕ ਦੇ ਵਿੱਚੋਂ ਜਿਹੜੇ ਬਾਕਸ ਬਣਾਏ ਹੋਏ ਨੇ, ਇਹ ਸ਼ਸਤਰ ਜਿਹੜੇ ਬਾਬਾ ਜੀ ਨੇ ਆਪਣੇ ਕੋਲ ਰੱਖੇ ਹੋਏ ਨੇ, ਇਹ ਸਾਰੇ ਸ਼ਸਤਰ ਖੁਦ ਯੂਜ਼ ਕਰਦੇ ਨੇ ਤਾਂ ਖੁਦ ਇੱਕ ਪ੍ਰਚਾਰ ਵੀ ਕਰਦੇ ਨਜ਼ਰ ਆ ਰਹੇ ਨੇ ਕਿ ਸਿੱਖੀ ਦਾ ਪ੍ਰਚਾਰ ਕਿਸ ਤਰ੍ਹਾਂ ਕੀਤਾ ਜਾ ਰਿਹਾ। ਤਾਂ ਇਹ ਕੱਲੇ ਸ਼ਸਤਰ ਦੀ ਅਸੀਂ ਨੌਲੇਜ ਵੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਬਾਬਾ ਜੀ ਕੋਲ। ਬਾਬਾ ਜੀ, ਕਿੰਨੇ ਸ਼ਸਤਰ ਨੇ ਇਸ ਵੇਲੇ ਜਿਹੜੇ ਕਿ ਤੁਸੀਂ ਆਪਣੇ ਨਾਲ ਹਮੇਸ਼ਾ ਰੱਖਦੇ ਜੇ ਤੇ ਕਾਰਨ ਕੀ ਹੈ, ਉਪਦੇਸ਼ ਕੀ ਹੈ, ਦੱਸਣਾ ਕੀ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਡੇਲੀ ਪੋਸਟ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਜਿਹੜਾ ਸ਼ਸਤਰਾਂ ਦੇ ਪ੍ਰਚਾਰ ਨੂੰ ਮੁੱਖ ਰੱਖਦੇ ਹੋਏ ਜਿਹੜਾ ਇੰਟਰਵਿਊ ਲੈਣ ਦੇ ਲਈ ਵੀਰ ਆਏ ਆ। ਤੇ ਮੈਂ ਕੱਲੇ ਸ਼ਸਤਰ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਆਪ ਜੀ ਨੂੰ। ਸਭ ਤੋਂ ਪਹਿਲਾਂ ਤੀਰ ਕਮਾਨ ਜੀ। ਪਹਿਲਾਂ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ, ਪ੍ਰਚਾਰ ਕਰਨ ਦਾ ਉਪਦੇਸ਼ ਕੀ ਹੈ ਤੁਹਾਡਾ? ਦੇਖੋ ਮੇਰਾ ਮੇਨ ਪ੍ਰਚਾਰ ਕਰਨ ਦਾ ਜਿਹੜਾ ਵੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਹਟਾ ਕੇ ਸਿੱਖ ਧਰਮ ਵਾਲੇ ਪਾਸੇ ਲੈ ਕੇ ਆਉਣਾ ਤੇ ਨਾਲ ਉਹਨਾਂ ਨੂੰ ਜਿਹੜਾ ਜਿਮ ਲਾਉਣ ਦੇ ਲਈ
ਸ਼ਸਤਰ ਵਿਦਿਆ ਦੇ ਲਈ, ਕਰਾਟੇ ਦੀ ਵਿਦਿਆ ਲਈ ਉਤਸ਼ਾਹ ਕਰਨਾ, ਮੇਨ ਇਹ ਵਿਸ਼ਾ ਮੇਰਾ ਵੀ। ਕਿਹੜੀ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਤਾਂ ਮਹੀਨੇ ਦੇ ਵਿੱਚ ਘਰ ਕਿੰਨੀ ਦੇਰ ਰਹਿੰਦੇ ਜੀ ਤੇ ਪ੍ਰਚਾਰ ਕਰਨ ਵਾਸਤੇ ਕਿੰਨੀ ਦੇਰ ਬਾਹਰ ਰਹਿੰਦੇ ਜੀ? ਦੇਖੋ ਜੀ, ਮੈਂ ਲਗਭਗ ਅਲੱਗ-ਅਲੱਗ ਸ਼ਹਿਰਾਂ 'ਚ ਵਿਚਰਨ ਦਾ ਮੈਨੂੰ ਮੌਕਾ ਮਿਲਦਾ। ਜਿਸ ਤਰ੍ਹਾਂ ਹੁਣ ਮੈਨੂੰ ਲਗਭਗ 15 ਦਿਨ ਹੋ ਗਏ ਸ਼੍ਰੀ ਛਾਟਾ ਸਾਹਿਬ ਦੀ ਧਰਤੀ ਤੇ ਜਿਹੜਾ ਪ੍ਰਚਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਖਾਸ ਕਰਕੇ ਸ਼ਸਤਰਾਂ ਦਾ। ਤੇ ਦੂਸਰਾ ਮੈਨੂੰ ਲਗਭਗ 15 ਤੋਂ 20 ਦਿਨਾਂ ਬਾਅਦ ਇਹ ਜਿਹੜਾ ਘਰ ਜਾਣ ਦਾ ਮੌਕਾ ਮਿਲਦਾ ਹੈ। ਉਹ ਵੀ ਜਦੋਂ ਘਰ ਤੋਂ ਫੋਨ ਆਉਂਦਾ ਵੀ ਆ ਜਾਓ ਤਾਂ ਮੈਨੂੰ ਜਾਣਾ ਪੈਂਦਾ, ਨਹੀਂ ਤੇ ਮੈਂ ਪ੍ਰਚਾਰ ਦੀ ਸੇਵਾ ਜਿਹੜੀ ਦਿਨ ਰਾਤ ਮਿਹਨਤ ਕਰਕੇ ਆਪਦੀ ਕਰਦਾ ਪਿਆ। ਬਾਬਾ ਜੀ ਜਿਸ ਤਰ੍ਹਾਂ ਤੁਹਾਡੇ ਘਰ ਦੇ ਫੋਨ ਕਰਦੇ ਆ ਫਿਰ ਤੁਸੀਂ ਘਰ ਜਾਂਦੇ ਜੇ, ਸਿਰਫ ਇਹ ਸੇਵਾ ਹੀ ਹੈ ਤੁਹਾਡੀ ਜਾਂ ਫਿਰ ਕੁਝ ਰੋਟੀ ਪਾਣੀ ਦਾ ਸਿਸਟਮ ਕੀ ਰੱਖਿਆ ਹੈ? ਦੇਖੋ ਜੀ, ਇਹ ਮੇਰੀ ਸੇਵਾ ਵੀ ਹੈ ਤੇ ਨਾਲ ਮੇਰੀ ਕਿਰਤ ਵੀ ਹੈ। ਦੇਖੋ, ਮੈਂ ਪਹਿਲਾਂ ਸ਼ਸਤਰਾਂ ਦੀ ਜਾਣਕਾਰੀ ਸੰਗਤਾਂ ਨੂੰ ਦਿੰਦਾ ਏ, ਸੰਗਤਾਂ ਨੂੰ ਜਿਹੜੀ ਜਾਣਕਾਰੀ ਦਿੰਦਾ ਹੈ ਵੀ ਇਹ ਸਾਡੇ ਜਿਵੇਂ ਸਰਬਲੋਹ ਦੇ ਬਰਤਨ ਨੇ, ਵੀ ਪਹਿਲਾਂ ਪੁਰਾਤਨ ਸਿੰਘ ਲੋਹੇ 'ਚ ਬਣਾਉਂਦੇ ਸੀ, ਲੋਹੇ 'ਚ ਖਾਂਦੇ ਸੀ ਤੇ ਲੋਹੇ ਵਰਗੇ ਬਣ ਕੇ ਰਹਿੰਦੇ ਸੀ। ਇਹ ਜਿਹੜੇ ਲੋਹੇ ਦੇ ਸਾਰੇ ਬਰਤਨ ਇਹ ਸਰਬਲੋਹ ਦੇ ਸਾਰੇ ਬਰਤਨ ਨੇ। ਵੀ ਇਹਨਾਂ ਨੂੰ ਸੰਗਤਾਂ ਨੂੰ ਜਾਗਰੂਕ ਕਰਦਾ ਹੈ ਕਿ ਅੱਜ ਦੇਖੋ ਹਰੇਕ ਘਰ ਦੇ ਅੰਦਰ ਬਿਮਾਰੀ ਹੈ। ਬਿਮਾਰੀ ਹੋਣ ਦਾ ਕੀ ਕਾਰਨ ਆ ਕਿ ਅਸੀਂ ਲੋਹਾ ਛੱਡਤਾ। ਪਹਿਲਾਂ ਪੁਰਾਤਨ ਸਿੰਘ ਲੋਹੇ 'ਚ ਬਣਾਉਂਦੇ ਸੀ, ਲੋਹੇ 'ਚ ਖਾਂਦੇ ਸੀ ਤੇ ਲੋਹੇ ਵਰਗੇ ਬਣ ਕੇ ਰਹਿੰਦੇ ਸੀ, ਤੇ ਅੱਜ ਕਿਉਂ ਨਹੀਂ ਉਦਾਂ ਦੇ। ਫਿਰ ਉਸ ਤੋਂ ਬਾਅਦ ਸ਼ਸਤਰਾਂ ਦੀ ਜਾਣਕਾਰੀ ਦਿੱਤੀ ਜਾਂਦੀ ਸੰਗਤਾਂ ਨੂੰ ਕਿ ਇਹ ਸੰਗਤ ਜੀ, ਇਹ ਸਾਡੇ ਸ਼ਸਤਰ ਨੇ। ਜਿਸ ਤਰ੍ਹਾਂ ਅੱਜ ਕੱਲ੍ਹ ਸਾਡੀਆਂ ਭੈਣਾਂ ਤੇ ਖਾਸ ਕਰਕੇ ਹਮਲੇ ਹੋ ਰਹੇ ਨੇ, ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਜਾ ਰਿਹਾ। ਕਾਰਨ ਕੀ ਹੈ ਕਿ ਸਾਡੇ ਕੋਲ ਨਾ ਤੇ ਕਰਾਟੇ ਦੀ ਵਿੱਦਿਆ, ਨਾ ਹੀ ਸ਼ਸਤਰ ਦੀ ਵਿੱਦਿਆ। ਉਹਨਾਂ ਨੂੰ ਇਹ ਸ਼ਸਤਰ ਦਰਸ਼ਨ ਦੀਦਾਰੇ ਕਰਵਾਈਦੇ ਨੇ। ਨਾਲ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰੀਦੀ ਕਿ ਆਪਣੀ ਇੱਜ਼ਤ ਦੀ ਰਾਖੀ ਦੇ ਲਈ ਕਰਾਟੇ ਅਤੇ ਸ਼ਸਤਰ ਵਿੱਦਿਆ ਜਿਹੜੀ ਜ਼ਰੂਰ ਸਿੱਖੋ। ਕਿਸੇ ਦੇ ਉੱਤੇ ਨਿਰਭਰ ਨਾ ਰਹੋ। ਹਾਂਜੀ, ਕਿਸੇ ਦੇ ਉੱਪਰ ਨਿਰਭਰ ਨਾ ਹੋਵੋ, ਕਿਉਂਕਿ ਜਦੋਂ ਆਪਾਂ ਕਿਸੇ ਹੋਰ ਨੂੰ ਕਹਿੰਦੇ ਵੀ ਸਾਡੀ ਮਦਦ ਕਰੇਗਾ ਕਿ ਉਦੋਂ ਤੱਕ ਸਾਡੀ ਇੱਜ਼ਤ ਨੂੰ ਜਿਹੜਾ ਹੱਥ ਪਾਇਆ ਜਾ ਰਿਹਾ ਹੈ। ਬਿਲਕੁਲ ਬਿਲਕੁਲ। ਤਾਂ ਉਸ ਤੋਂ ਬਾਅਦ ਜਿਹੜੇ ਹੋਰ ਵੀ ਸ਼ਸਤਰ ਕਾਫੀ ਪਏ ਆ, ਇਹਦੇ ਬਾਰੇ ਵੀ ਕੁਝ ਮੈਂ ਚਾਹੁੰਦਾ ਕਿ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਹੋ ਉਹਦੇ ਬਾਰੇ ਵੀ ਜਾਣਕਾਰੀ ਕਰੋ ਤੇ ਨਾਲੇ ਤੁਸੀਂ ਇਸਤੇਮਾਲ ਸਾਰੇ ਕਰ ਲੈਂਦੇ ਜਿੰਨੇ। ਹਾਂਜੀ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਤੀਰ ਕਮਾਨ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਕਿ ਸੰਗਤ ਜੀ, ਤੀਰ ਅਤੇ ਕਮਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਤੀਰ ਕਮਾਨ ਸੀ ਉਹ 9 ਟੰਕੀ ਸੀ ਜੀ। ਇੱਕ ਟੰਕ 25 ਕਿਲੋ ਦਾ ਹੁੰਦਾ। 9 ਟੰਕੀ ਕਮਾਨ ਨੂੰ ਉਹ ਮਨੁੱਖ ਖਿੱਚ ਸਕਦਾ ਹੈ ਜੋ ਇੱਕ ਹੱਥ ਦੇ ਸਕਦੇ ਜੀ ਕਿ ਤੀਰ 496 ਅੱਗੇ ਲੋਹੇ ਦਾ ਜਿਹੜਾ ਲਗਾਇਆ। ਬਿਲਕੁਲ ਜੀ, ਮੈਂ ਦੁਬਾਰਾ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਕਮਾਨ ਸੀ ਉਹ 9 ਟੰਕੀ ਸੀ ਜੀ। ਇੱਕ ਟੰਕ 25 ਕਿਲੋ ਦਾ ਹੁੰਦਾ। 9 ਟੰਕੀ ਕਮਾਨ ਨੂੰ ਉਹ ਮਨੁੱਖ ਖਿੱਚ ਸਕਦਾ ਹੈ ਜੋ ਇੱਕ ਹੱਥ ਦੇ ਨਾਲ 496 ਪੌਂਡ ਭਾਵ 2 ਕੁਆਂਟਲ 25 ਕਿਲੋ ਵਜਨ ਆਸਾਨੀ ਦੇ ਨਾਲ ਇੱਕ ਹੱਥ ਦੇ ਨਾਲ ਚੁੱਕ ਸਕਦਾ ਹੋਵੇ। ਕਹਿਣ ਦਾ ਭਾਵ ਸੰਗਤ ਜੀ, ਪ੍ਰੈਕਟੀਕਲੀ ਜਾਣਕਾਰੀ ਮੈਂ ਦੇਣ ਦੀ ਕੋਸ਼ਿਸ਼ ਕਰਾਂ ਕਿ ਜਿਸ ਤਰ੍ਹਾਂ 2 ਕੁਆਂਟਲ 25 ਕਿਲੋ ਵਜਨ ਚੁੱਕਣ ਨੂੰ ਜ਼ੋਰ ਲੱਗਦਾ ਹੈ, ਉਸ ਤਰ੍ਹਾਂ ਜਿਹੜਾ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਕਮਾਨ ਸੀ ਉਹਨੂੰ ਇਸ ਤਰ੍ਹਾਂ ਇਦਾਂ ਖਿੱਚਣ ਨੂੰ ਜ਼ੋਰ ਲੱਗਦਾ ਸੀ। ਤੇ ਜਦੋਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ ਸੀ, ਕਈ ਦੁਸ਼ਮਣਾਂ ਦੇ ਸੀਨੇ ਪਾੜ ਕੇ ਨਿਕਲਦਾ ਸੀ। ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਸੰਗਤ ਜੀ, ਮੈਂ ਜਾਣਕਾਰੀ ਦੇਵਾਂ ਦੁਆਰਾ ਫੇਰ ਕਿ ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਕਮਾਨ ਸੀ ਉਹ 9 ਟੰਕੀ ਸੀ ਜੀ। ਇੱਕ ਟੰਕ 25 ਕਿਲੋ ਦਾ ਹੁੰਦਾ। 9 ਟੰਕੀ ਕਮਾਨ ਨੂੰ ਉਹ ਮਨੁੱਖ ਖਿੱਚ ਸਕਦਾ ਹੈ ਜੋ ਇੱਕ ਹੱਥ ਦੇ ਨਾਲ 496 ਪੌਂਡ ਪਰ ਉਹਦਾ ਪ੍ਰੈਸ਼ਰ ਹੁੰਦਾ ਹੈ। 2 ਕੁਆਂਟਲ 25 ਕਿਲੋ ਵਜਨ ਜਿੰਨਾ ਚੱਕਣ ਨੂੰ ਜ਼ੋਰ ਲੱਗਦਾ ਹੈ, ਉਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੀ ਕਮਾਨ ਸੀ ਉਹਨੂੰ ਏਦਾਂ ਖਿੱਚਣ ਨੂੰ ਜ਼ੋਰ ਲੱਗਦਾ ਸੀ। ਤੇ ਜਦੋਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ ਸੀ, ਕਈ ਦੁਸ਼ਮਣਾਂ ਦੇ ਸੀਨੇ ਪਾੜ ਕੇ ਨਿਕਲਦਾ ਸੀ। ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਸੰਗਤ ਜੀ, ਇਹਨੂੰ ਅਣਿਆਲਾ ਤੀਰ ਕਿਹਾ ਜਾਂਦਾ ਹੈ। ਜੇ ਇੱਕ ਵਾਰੀ ਇਹਦਾ ਵਾਰ ਹੋਵੇ, ਜੇ ਇਹਨੂੰ ਦੁਬਾਰਾ ਬਾਹਰ ਕੱਢਾਂਗੇ, ਵਾਰ ਕਰਕੇ ਦੁਸ਼ਮਣ ਦੇ ਉੱਪਰ ਦੁਬਾਰਾ ਬਾਹਰ ਕੱਢਾਂਗੇ, 2 ਵਾਰੀ ਵਾਰ ਕਰਦਾ। ਦੂਸਰਾ ਸੰਗਤ ਜੀ, ਇਹਨੂੰ ਤੰਦੀ ਜਾਂ ਚਿੱਲਾ ਕਿਹਾ ਜਾਂਦਾ ਹੈ। ਤੀਰ ਕਮਾਨ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਸ ਸਮੇਂ ਗੋਲਾ ਬਾਰੂਦ ਬਹੁਤ ਘੱਟ ਸੀ, ਦੁਸ਼ਮਣ ਨੂੰ ਆਪਣੇ ਨੇੜੇ ਆਉਣ ਤੋਂ ਰੋਕਣ ਦੇ ਲਈ। ਦੂਸਰਾ ਸੰਗਤ ਜੀ, ਤੀਰ ਕਮਾਨ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਸ ਸਮੇਂ ਜਾਂ ਤਾਂ ਗੁਰੂ ਦੇ ਸਿੰਘ ਪੈਦਲ ਚਿੱਠੀਆਂ ਲੈ ਕੇ ਜਾਂਦੇ ਸੀ ਜਾਂ ਘੋੜਿਆਂ ਦੇ ਉੱਪਰ, ਜਾਂ ਕਲਗੀਧਰ ਪਾਤਸ਼ਾਹ ਜੀ ਖੁਦ ਜਿਹੜੀ ਚਿੱਠੀ ਉਰੇ ਬੰਨ੍ਹ ਕੇ ਉਰੇ ਮੂਹਰੇ ਸਜਾ ਕੇ ਉਹ ਆਪਣੇ ਸਾਕ ਸੰਬੰਧੀਆਂ ਤੱਕ ਤੇ ਦੁਸ਼ਮਣਾਂ ਤੱਕ ਉਹਨਾਂ ਨੇ ਚਿੱਠੀਆਂ ਇਹ ਤੀਰਾਂ ਦੇ ਰਾਹੀਂ ਪਹੁੰਚਾਈਆਂ ਨੇ। ਹੋਰ ਵੀ ਜਾਣਕਾਰੀ ਅਸੀਂ ਲੈਣਾ ਚਾਹਾਂਗੇ। ਦਰਸ਼ਕ ਵੀ ਕਾਫੀ ਇੰਟਰਸਟ ਲੈ ਰਹੇ ਨੇ ਇਸ ਜਾਣਕਾਰੀ ਦੇ ਨਾਲ। ਤਾਂ ਹੋਰ ਕਿਹੜੇ ਜਿਹੜੇ ਸ਼ਸਤਰ ਨੇ ਉਹਨਾਂ ਦਾ ਯੂਜ਼ ਕਿਸ ਤਰ੍ਹਾਂ ਕੀਤਾ ਜਾਂਦਾ? ਹਾਂਜੀ, ਉਸ ਤੋਂ ਬਾਅਦ ਮੈਂ ਆਪ ਜੀ ਨੂੰ ਜਿਹੜੇ ਕਮਰ ਕੱਸੇ ਦੇ ਸ਼ਸਤਰ ਆ ਉਹਨਾਂ ਦੇ ਦਰਸ਼ਨ ਕਰਵਾਉਂਦਾ, ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਕਿ ਇਹ ਕਮਰ ਕੱਸੇ ਦਾ ਸ਼ਸਤਰ ਹੈ ਜੀ ਕਟਾਰ ਸ਼ਸਤਰ। 2 ਧਾਰਾ ਸ਼ਸਤਰ ਹੈ। ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਹਰਗੋਬਿੰਦ ਪਾਤਸ਼ਾਹ ਜੀ ਵਰਤਦੇ ਰਹੇ ਨੇ। ਤੇ ਦੂਸਰਾ ਸੰਗਤ ਜੀ,
ਹੱਥੋਂ ਪਾਈ ਲੜਾਈ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਸਤਰ ਹੈ। ਤੀਸਰਾ, ਦੁਸ਼ਮਣ ਦੇ ਜਿਹੜੀ ਆਹ ਸੰਜੋਗ ਪਾਈ ਹੁੰਦੀ ਹੈ ਇਹਨੂੰ ਤੋੜਨ ਦੇ ਕੰਮ ਆਉਂਦਾ। ਮੈਂ ਪ੍ਰੈਕਟੀਕਲੀ ਜਾਣਕਾਰੀ ਦਿੰਦਾ, ਜੇ ਆਪਾਂ ਇਹਨੂੰ ਇਦਾਂ ਮਾਰੀਏ ਇਹ ਵਾਰ ਘੱਟ ਕਰਦਾ, ਪਰ ਜੇ ਇਦਾਂ ਲਿਆ ਕੇ ਮਾਰਾਂਗੇ ਇਹ ਗਰਦਨ ਦੇ ਆਰ ਪਾਰ ਨਿਕਲ ਜਾਏਗਾ। ਇਹ ਸੰਜੋਗ ਨੂੰ ਤੋੜ ਕੇ ਗਰਦਨ ਦੇ ਆਰ ਪਾਰ ਨਿਕਲ ਜਾਏਗਾ। ਇਹ ਹੈ ਜੀ ਕਟਾਰ ਸ਼ਸਤਰ। ਤੇ ਸੰਗਤ ਜੀ ਦਰਸ਼ਨ ਦੀ ਦਿਦਾਰੇ ਕਰੋ ਆਪ ਜੀ ਬਾਘ ਨਖਾ ਸ਼ਸਤਰ ਦੀ। ਜਿਸ ਤਰ੍ਹਾਂ ਜਦੋਂ ਸ਼ੇਰ ਜਿਹੜਾ ਆਪਣਾ ਸ਼ਿਕਾਰ ਕਰਦਾ ਨੌਹਾਂ ਦੇ ਨਾਲ, ਉਸ ਤਰ੍ਹਾਂ ਹੀ ਇਹ ਸ਼ੇਰ ਦਾ ਜਿਸ ਤਰ੍ਹਾਂ ਪੰਜਾ ਹੁੰਦਾ ਉਹਦੇ ਨੌ ਦੀ ਜਿਹੜਾ ਆਕਾਰ ਹੁੰਦਾ, ਉਸ ਤਰ੍ਹਾਂ ਹੀ ਇਹ ਸ਼ਸਤਰ ਦਾ ਆਕਾਰ ਹੈ। ਤੇ ਇਦਾਂ ਹੀ ਜਦੋਂ ਸ਼ੇਰ ਜਿਵੇਂ ਸ਼ਿਕਾਰ ਕਰਦਾ, ਉਸ ਤਰ੍ਹਾਂ ਹੀ ਇਹ ਸ਼ਸਤਰ ਜਿਹੜਾ ਬਾਘ ਨਖਾ ਸ਼ਸਤਰ ਹੈ, ਜਿਵੇਂ ਦੁਸ਼ਮਣ ਦੇ ਉੱਪਰ ਇਦਾਂ ਜਿਵੇਂ ਉਹ ਵਾਰ ਕਰਦਾ ਏ, ਇਦਾਂ ਹੀ ਇਹ ਜਿਹੜਾ ਸ਼ਸਤਰ ਇਹ ਵਰਤਿਆ ਜਾਂਦਾ ਹੈ। ਬਾਘ ਨਖਾ ਸ਼ਸਤਰ ਹੈ ਜਿਸ ਦਾ ਨਾਮ। ਤੇ ਉਸ ਤੋਂ ਬਾਅਦ ਸੰਗਤ ਜੀ ਮੈਂ ਆਪ ਜੀ ਨੂੰ ਦਰਸ਼ਨ ਦੀਦਾਰੇ ਕਰਵਾਉਂਦਾ ਜੀ। ਸੈਫ ਅਤੇ ਸਰੋਹੀ ਸ਼ਸਤਰ ਦੋ ਜਿਹੜੇ ਇਕੱਠੇ ਕਰਕੇ ਸ਼ਸਤਰਾਂ ਦੇ ਮੈਂ ਆਪ ਜੀ ਨੂੰ ਦਰਸ਼ਨ ਦੀਦਾਰੇ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਸੰਗਤ ਜੀ ਦਰਸ਼ਨ ਦੀਦਾਰੇ ਕਰੋ। ਸੈਫ ਅਤੇ ਸਰੋਹੀ ਇਹ ਦੋਵੇਂ ਸ਼ਸਤਰ ਸੈਫ ਅਤੇ ਸਰੋਹੀ ਸ਼ਸਤਰ ਨੇ, ਜਿਹੜੇ ਕਿ ਜਦੋਂ ਦੁਸ਼ਮਣ ਸਾਡੇ ਨੇੜੇ ਆ ਜਾਵੇ ਉਦੋਂ ਇਹ ਸ਼ਸਤਰਾਂ ਦਾ ਵਾਰ ਜਿਹੜਾ ਦੁਸ਼ਮਣ ਦੇ ਉੱਪਰ ਕੀਤਾ ਜਾਂਦਾ। ਤੇ ਸੰਗਤ ਜੀ ਇਹ ਜਦੋਂ ਸ਼ਸਤਰ ਦਾ ਵਾਰ ਸਾਡੇ ਉੱਪਰ ਜਿਹੜਾ ਹੁੰਦਾ ਦੁਸ਼ਮਣ ਦਾ, ਤੇ ਉਹਨੂੰ ਰੋਕਣ ਦੇ ਲਈ ਵੀ ਜਿਹੜੇ ਸ਼ਸਤਰ ਸਾਡੇ ਕੋਲ ਸਿੰਘਾਂ ਦੇ ਕੋਲ ਹਰ ਸਮੇਂ ਹਾਜ਼ਰ ਰਹਿੰਦੇ ਨੇ। ਜਿਸ ਤਰ੍ਹਾਂ ਮੈਂ ਦਰਸ਼ਨ ਦੀਦਾਰੇ ਕਰਵਾਉਂਦਾ ਆਪ ਜੀ ਨੂੰ ਢਾਲ ਸ਼ਸਤਰ ਦੀ। ਇਸ ਤਰ੍ਹਾਂ ਦੇਖੋ, ਜਿਸ ਤਰ੍ਹਾਂ ਦੁਸ਼ਮਣ ਸਾਡੇ ਤੇ ਵਾਰ ਕਰਦਾ ਏ, ਇਹ ਜਿਹੜੇ ਢਾਲ ਹੈ ਇਹ ਦੁਸ਼ਮਣ ਦਾ ਵਾਰ ਰੋਕਦੀ ਹੈ। ਤੇ ਜਿਹੜੀ ਕਿਰਪਾਨ ਹੈ ਸੈਫ ਅਤੇ ਸਰੋਹੀ ਹੈ ਜਾਂ ਤੇਗਾ ਸ਼ਸਤਰ ਹੈ, ਇਹ ਦੁਸ਼ਮਣ ਦੇ ਉੱਪਰ ਵਾਰ ਕਰਦੀ ਹੈ ਤੇ ਉਸਦਾ ਵਾਰ ਰੋਕਦੀ ਹੈ। ਕਿਰਪਾਨ ਅਤੇ ਢਾਲ ਵੀ ਹੈ, ਤੇ ਇਹਨੂੰ ਸੈਫ ਅਤੇ ਸਰੋਹੀ ਵੀ ਕਿਹਾ ਜਾਂਦਾ, ਇਹਨੂੰ ਕਿਰਪਾਨ ਅਤੇ ਢਾਲ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਜੋ ਸੰਗਤ ਜੀ, ਇਹਨੇ ਚੱਕਰ ਦੀ। ਜਿਸ ਤਰ੍ਹਾਂ ਤੁਸੀਂ ਮੇਰੇ ਦਮਾਲੇ ਦੀ ਜਿਹੜਾ ਆਕਾਰ ਦੇਖ ਰਹੇ, ਸ਼ੇਪ ਦੇਖਦੇ ਪਏ, ਜਿਹਦਾ ਇੱਕ ਗੁਰੂ ਘਰ ਦੀ ਬਿਲਡਿੰਗ ਹੁੰਦੀ, ਬੂੰਗਾ ਹੁੰਦਾ, ਇਸ ਤਰ੍ਹਾਂ ਹੀ ਇਹ ਜਿਹੜੇ ਚੱਕਰ ਵੀ ਇਦਾਂ ਨੇ ਵੀ ਵੱਡਾ ਫਿਰ ਛੋਟਾ ਫਿਰ ਛੋਟਾ। ਇਸ ਤਰ੍ਹਾਂ ਹੀ ਇਹਦੇ ਲਗਭਗ 10 ਚੱਕਰ ਨੇ, ਟੋਟਲ ਮਿਲਾ ਕੇ 10 ਚੱਕਰ ਨੇ ਮੇਰੇ ਕੋਲ, ਜਿਹੜੇ ਕਿ ਦਮਾਲੇ ਦੇ ਉੱਪਰ ਸਜਾਏ ਜਾਂਦੇ ਹਨ। ਕਿਉਂਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ, ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਜਿਹੜਾ ਉਹ ਬਾਬਾ ਦੀਪ ਸਿੰਘ ਜੀ ਦੇ ਚੱਕਰਾਂ ਬਾਰੇ ਜ਼ਿਕਰ ਆਉਂਦਾ ਕਿ 20 ਚੱਕਰ ਬਾਬਾ ਦੀਪ ਸਿੰਘ ਜੀ ਦਮਾਲੇ ਦੇ ਉੱਪਰ ਸਜਾਉਂਦੇ ਸੀ। ਤੇ ਜਦੋਂ ਸਜਾਉਂਦੇ ਸੀ ਤੇ ਸੰਗਤ ਜੀ ਜਦੋਂ ਕੋਈ ਪ੍ਰੈਕਟੀਕਲੀ ਪੱਗ ਵਾਲਾ ਵੀਰ ਦੱਸਦਾ ਕਿ ਉਹ ਪੱਗ ਬੱਚੇ ਜਦੋਂ ਦੇਖਦੇ ਵੀ ਪੱਗ ਦੇ ਉੱਪਰ ਕਿੱਦਾਂ ਸਜਣਗੇ, ਪਰ ਮੇਰੀ ਕੋਸ਼ਿਸ਼ ਹੁੰਦੀ ਕਿ ਹਰੇਕ ਜਿਹੜੀ ਆ ਸਿੰਘਾਂ ਦੀ ਜੋ ਪੁਰਾਤਨ ਸਾਡੀ ਵਿਰਾਸਤ ਹੈ ਸ਼ਸਤਰਾਂ ਦੀ ਆ, ਜਾਂ ਸਾਡਾ ਰਹਿਣਾ ਬਹਿਣਾ ਸੀ, ਕਿਸ ਤਰ੍ਹਾਂ ਉਹ ਦਮਾਲਾ ਸਜਾਉਂਦੇ ਸੀ, ਉਹ ਸਾਰਾ ਹੀ ਪ੍ਰੈਕਟੀਕਲੀ ਦਿਖਾਉਣ ਦੀ ਮੈਂ ਕੋਸ਼ਿਸ਼ ਕਰਦਾ। ਜਿਸ ਤਰ੍ਹਾਂ ਆਪ ਜੀ ਦਮਾਲੇ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ, ਪਹਿਲਾਂ ਵੱਡਾ ਚੱਕਰ ਫਿਰ ਛੋਟਾ ਫਿਰ ਛੋਟਾ, ਇਦਾਂ ਹੀ ਜਿਹੜੇ 20 ਚੱਕਰ ਬਾਬਾ ਦੀਪ ਸਿੰਘ ਜੀ ਵੀ ਜਿਹੜਾ ਦਮਾਲੇ ਦੇ ਉੱਪਰ ਸਜਾਇਆ ਕਰਦੇ ਸਨ, ਇਹ ਚੱਕਰ ਨੇ ਜੀ। ਇਹਨਾਂ ਨੂੰ ਅਸਤਰ ਵੀ ਕਿਹਾ ਜਾਂਦਾ ਹੈ। ਇਹ ਸਾਡੇ ਵੱਡੇ ਹਾਂਜੀ, ਇਹਨਾਂ ਦੇ ਨਾਲ ਵਾਰ ਜਿਹੜਾ ਸਾਡੇ ਇਤਿਹਾਸ ਦੇ ਵਿੱਚ ਆਉਂਦਾ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਾਡੇ ਵੱਡੇ ਵਡੇਰਿਆਂ ਨੇ, ਨਿਹੰਗ ਸਿੰਘਾਂ ਨੇ ਖਾਸ ਕਰਕੇ ਜਿਹੜੇ ਚੱਕਰ ਉਂਗਲੀ ਦੇ ਵਿੱਚ ਪਾ ਕੇ ਦੁਸ਼ਮਣ ਜਿਹੜਾ ਹਾਥੀ ਤੇ ਬੈਠਾ ਸੀ ਉਹਦੀਆਂ ਗਰਦਨਾਂ ਵੀ ਇਹਨਾਂ ਚੱਕਰਾਂ ਦੇ ਨਾਲ ਲਾਈਆਂ ਨੇ ਜੀ। ਇਤਿਹਾਸ ਦੱਸਦਾ ਸਾਨੂੰ। ਇਹਨਾਂ ਨੂੰ ਚੱਕਰ ਵੀ ਕਿਹਾ ਜਾਂਦਾ ਹੈ ਤੇ ਅਸਤਰ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਜੋ ਸੰਗਤ ਜੀ, ਇਹਨੂੰ ਗਰਦਨ ਦੀ ਰਾਖੀ ਲਈ ਜੰਗ ਦੇ ਸਮੇਂ ਪਹਿਨੇ ਜਾਣ ਵਾਲਾ ਲੋਹੇ ਦਾ ਪੋਸ਼ਾਕਾ, ਇਹਨੂੰ ਸੰਜੋਗ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਦਾਸ ਨੇ ਪਹਿਨੀ ਹੋਈ ਹੈ ਸੰਜੋਗ, ਇਹ ਵੀ ਵੱਡੀ ਹੈ, ਇਹ 'ਚ ਸਿਰਫ ਮੂੰਹ ਦਿਖਦਾ ਏ, ਬਾਕੀ ਸਾਰਾ ਹੀ ਚਾਰੇ ਪਾਸੇ ਜਿਹੜਾ ਇਹ ਕਵਰ ਕਰਦਾ। ਇਹਨੂੰ ਕਿਹਾ ਜਾਂਦਾ ਹੈ ਜੀ ਗਰਦਨ ਦੀ ਰਾਖੀ ਦੇ ਲਈ ਜੰਗ ਦੇ ਸਮੇਂ ਪਹਿਨਿਆ ਜਾਣ ਵਾਲਾ ਲੋਹੇ ਦਾ ਪੋਸ਼ਾਕਾ, ਜਿਸ ਦਾ ਨਾਮ ਹੈ ਜੀ ਸੰਜੋਗ। ਬਿਲਕੁਲ ਦੇਖ ਸਕਦੇ ਜੀ ਕਿ ਕਿਸ ਤਰੀਕੇ ਦੇ ਨੇ ਸ਼ਸਤਰ ਨੇ ਜਿਹੜੇ, ਇਹ ਸ਼ਸਤਰ ਕਿਤੇ ਨਾ ਕਿਤੇ ਕੁਝ ਬਿਆਨ ਕਰਦੇ ਪਏ ਨੇ ਕਿ ਕਿਸ ਤਰੀਕੇ ਦੇ ਨਾਲ ਜ਼ਰੂਰਤ ਹੋਣੀ ਚਾਹੀਦੀ ਹੈ। ਅੱਜ ਹਰ ਇੱਕ ਨੂੰ ਜ਼ਰੂਰਤ ਹੈ ਕਿ ਉਹਦੇ ਕੋਲ ਵਿਦਿਆ ਹੋਵੇ, ਕਰਾਟੇ ਦੀ ਵਿਦਿਆ ਹੋਵੇ ਜਾਂ ਸ਼ਸਤਰ ਚਲਾਉਣ ਦੀ ਵਿਦਿਆ ਹੋਵੇ। ਤਾਂ ਬਾਬਾ ਜੀ ਇਹ ਕਿਸ ਕੰਮ ਆਉਂਦੀ ਹੈ, ਕਿਸ ਤਰੀਕੇ ਦੇ ਨਾਲ ਇਹਨਾਂ ਨੂੰ? ਦੇਖੋ ਜੀ, ਇਹ ਸਾਡੇ ਪੁਰਾਤਨ ਨਿਸ਼ਾਨ ਸਾਹਿਬ ਨੇ। ਇਹ ਸਿੰਘ ਡਾਂਗ ਦੇ ਉੱਪਰ ਇਹਨੂੰ ਸਜਾ ਕੇ ਮੂਹਰੇ ਲਾ ਕੇ, ਤੇ ਪਿਛਲੇ ਸਾਈਡ ਜਿਹੜਾ ਇਹ ਡਾਂਗ ਦੇ ਉੱਪਰ ਇਹ ਮੂਹਰੇ ਇਹ ਲਾਇਆ ਜਾਂਦਾ, ਪਿੱਛੇ ਜਿਹੜਾ ਇੱਥੇ ਇਹ ਲਾਇਆ ਜਾਂਦਾ ਸੂਆ, ਤੇ ਇਹਨੂੰ ਵਰਸ਼ਾ ਕਿਹਾ ਜਾਂਦਾ ਹੈ।
ਤੇ ਪੁਰਾਤਨ ਨਿਸ਼ਾਨ ਸਾਹਿਬ ਵੀ ਇਹਨੂੰ ਕਿਹਾ ਜਾਂਦਾ ਹੈ। ਜਦੋਂ ਦੁਸ਼ਮਣ ਸਾਡੇ ਤੇ ਸਾਹਮਣੇ ਤੋਂ ਜਿਹੜਾ ਚੜ ਕੇ ਆਵੇ, ਕਹਿਣ ਦਾ ਭਾਵ ਲਗਭਗ 6 ਫੁੱਟ ਦਾ ਫਾਸਲਾ ਜਦ ਸਾਡੇ 'ਚ ਹੁੰਦਾ, ਦੁਸ਼ਮਣ ਸਾਡੇ ਤੇ ਚੜ ਕੇ ਆਵੇ ਤੇ 6 ਫੁੱਟ ਦੀ ਉਹ ਸਾਡਾ ਲਗਭਗ ਵਰਸ਼ਾ ਸ਼ਸਤਰ ਹੁੰਦਾ, ਤੇ ਆਪਾਂ ਇਦਾਂ ਦੁਸ਼ਮਣ ਦੇ ਮੂਹਰੇ ਕਰਕੇ ਉਹਨੂੰ ਆਪਣੇ ਕੋਲ ਆਉਣ ਤੋਂ ਰੋਕ ਸਕਦੇ ਆ। ਇਹ ਵਰਸ਼ਾ ਸ਼ਸਤਰ ਹੈ ਜੀ, ਇਹ ਜਿਹੜਾ ਡਾਂਗ ਦੇ ਉੱਪਰ ਸਜਾ ਕੇ ਇਹਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅੱਜ ਕੱਲ ਬਾਬਾ ਜੀ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਨੌਜਵਾਨ ਇਹ ਸ਼ਸਤਰ ਜਾਂ ਫਿਰ ਇਥੋਂ ਸਿੱਖੀ ਤੋਂ ਦੂਰ ਹੁੰਦੇ ਨਜ਼ਰ ਆ ਰਹੇ ਨੇ। ਪਿਸਤੌਲਾਂ ਫੜਨ ਦਾ, ਕੋਈ ਅੱਜ ਕੱਲ ਕਹਿੰਦਾ ਕਿ ਮੇਰੇ ਕੋਲ ਪਿਸਤੌਲ ਹੈ ਕਿ ਮੇਰੇ ਕੋਲ ਸਾਰਾ ਕੁਝ ਆ ਗਿਆ, ਤਾਂ ਕਿੰਨੀ ਕੁ ਅਸੀਂ ਸਹੀ ਸਮਝਦੇ ਉਹ ਚੀਜ਼ ਨੂੰ? ਦੇਖੋ ਜੀ, ਪਿਸਟਲ ਦਾ ਜਿਹੜਾ ਸਮੇਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ, ਚੱਲਣਾ ਵੀ ਚਾਹੀਦਾ, ਜ਼ਰੂਰੀ ਹੈ। ਤੁਹਾਡੇ ਕੋਲ ਪਿਸਟਲ ਹੈਗੀ ਹੈ ਨਾ ਜੀ? ਦੇਖੋ, ਸਮੇਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ, ਪਰ ਜੋ ਸਾਡੀ ਪੁਰਾਤਨ ਵਿਰਾਸਤ ਹੈ, ਸ਼ਸਤਰ ਨੇ, ਤੀਰ, ਉਹਨੂੰ ਨਹੀਂ ਭੁੱਲਣਾ ਚਾਹੀਦਾ। ਨਹੀਂ ਭੁੱਲਣਾ ਚਾਹੀਦਾ। ਜਿਵੇਂ ਕਿਰਪਾਨ ਹੈ, ਢਾਲ ਹੈ, ਕਟਾਰ ਹੈ, ਕਰਪਾ ਬਾਸ਼ਾ ਹੈ, ਬਾਗ ਨਖਾ ਸ਼ਸਤਰ ਹੈ, ਜਿਹ 'ਚ ਤੀਰ ਪਾਏ ਜਾਂਦੇ ਹੈ, ਉਹਨੂੰ ਪੱਥਾ ਕਿਹਾ ਜਾਂਦਾ, ਸੰਜੋ ਹੁੰਦਾ ਹੈ, ਚੱਕਰ ਹੁੰਦੇ ਨੇ, ਬਹੁਤ ਸਾਡੇ ਜੰਗੀ ਜਿਹੜੇ ਸ਼ਸਤਰ ਨੇ ਉਹ ਸਾਨੂੰ ਨਹੀਂ ਭੁੱਲਣੇ ਚਾਹੀਦੇ। ਸਮੇਂ ਦੇ ਹਿਸਾਬ ਦੇ ਨਾਲ ਜ਼ਰੂਰ ਬਦਲਣਾ ਚਾਹੀਦਾ, ਪਰ ਜੋ ਸਾਡੇ ਵੱਡੇ ਵਡੇਰਿਆਂ ਦੀ, ਸਾਡੇ ਗੁਰੂ ਸਾਹਿਬਾਨ ਦੀ ਜੋ ਸਾਨੂੰ ਵਿਰਾਸਤ, ਸਾਨੂੰ ਸ਼ਸਤਰ ਖਾਸ ਕਰਕੇ ਦੇ ਕੇ ਗਏ ਨੇ, ਰੱਖਿਆ। ਹਾਂਜੀ, ਹਾਂ, ਵਿਰਸਾ ਨਾ ਭੁੱਲਿਆ ਜਾਵੇ। ਇਸ ਕਰਕੇ ਜਿਹੜਾ ਮੈਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਮੈਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਉੱਥੋਂ ਮੈਂ ਲਗਭਗ 15-20 ਦਿਨ ਦੇ ਰੂਟ ਦੇ ਲਈ ਜਾਂਦਾ ਹੈ। ਇਸ ਤੋਂ ਬਾਅਦ ਹੁਣ ਮੇਰਾ ਅਗਲਾ ਰੂਟ ਜਿਹੜਾ ਉਹ ਜੰਮੂ ਦਾ ਹੈ। ਉੱਥੇ ਜੰਮੂ ਦੀ ਧਰਤੀ ਤੇ ਜਿਹੜਾ ਜਾ ਕੇ ਸ਼ਸਤਰਾਂ ਦੀ ਪ੍ਰਦਰਸ਼ਨੀ ਕਰਾਂਗਾ। ਮੈਂ ਸ਼ਸਤਰਾਂ ਦੀ ਜਾਣਕਾਰੀ ਜਿਹੜੀ ਸੰਗਤਾਂ ਤੱਕ ਪਹੁੰਚਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ। ਕਿਸੇ ਕਿਸੇ ਦੇ ਦਿਲ ਦੇ ਵਿੱਚ ਹੁੰਦਾ ਕਿ ਇਸ ਤਰੀਕੇ ਦੇ ਨਾਲ ਮੈਂ ਪ੍ਰਚਾਰ ਕਰਾਂ, ਸਿੱਖੀ ਕਿਤੇ ਨਾ ਕਿਤੇ ਉਸਦੀ ਜਾ ਰਹੀ ਹੈ, ਤਾਂ ਉਹ ਵਾਪਸ ਨੌਜਵਾਨਾਂ ਨੂੰ ਲਿਆਂਦਾ ਜਾਵੇ ਇਸ ਸਿੱਖੀ ਦੇ ਵਿੱਚ। ਇਹ ਜਿਹੜੇ ਸ਼ਸਤਰ ਉਹਨਾਂ ਨੂੰ ਦਿਖਾ ਕੇ ਦੱਸਿਆ ਜਾਵੇ ਕਿ ਸਾਡੇ ਗੁਰੂ ਕੀ ਕਰਦੇ ਸੀ, ਕਿਸ ਤਰੀਕੇ ਨਾਲ ਗੁਰੂ ਮੁਕਾਬਲਾ ਕਰਦੇ ਸੀ। ਇੱਕ ਇੱਕ ਜਿਹੜਾ ਸਿੰਘ ਸੀ ਉਹ 100 ਤੋਂ ਵੀ ਜ਼ਿਆਦਾ ਭਾਰੂ ਹੁੰਦਾ ਸੀ। ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਉਦੋਂ, ਤੇ ਪਰ ਹੁਣ ਕਿਤੇ ਨਾ ਕਿਤੇ ਉਹ ਚੀਜ਼ ਰਹਿੰਦੀ ਨਹੀਂ ਪਈ। ਉਹਦਾ ਤੁਸੀਂ ਪ੍ਰਚਾਰ ਕਰਦੇ ਪਏ, ਚੰਗੀ ਗੱਲ ਹੈ। ਤਾਂ ਉਹਨਾਂ ਨੂੰ, ਨੌਜਵਾਨਾਂ ਨੂੰ ਅਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਦੂਰ ਹੁੰਦੇ ਜਾ ਰਹੇ ਆ, ਕਹਿ ਰਹੇ ਕਿ ਨਹੀਂ ਖਤਮ ਹੈ, ਆਪਾਂ ਚੱਲੇ ਆ ਜੀ, ਆਪਾਂ ਕੋਈ ਬਾਹਰ ਨੂੰ ਤੁਰ ਗਿਆ, ਕੋਈ ਕੁਛ ਕਰ ਰਿਹਾ, ਵੱਖਰੀ ਵੱਖਰੀ ਤਰੀਕੇ ਦੇ ਨਾਲ ਪ੍ਰਤੀਕਿਰਿਆ ਦਿਖਾਉਂਦੇ। ਦੇਖੋ ਜੀ, ਸਾਡੇ ਪੰਜਾਬ ਦੀ ਧਰਤੀ ਤੇ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਅਸੀਂ ਕਰ ਸਕਦੇ ਹਾਂ। ਕਈ ਬਾਹਰ ਜਾਣ ਦੇ ਚੱਕਰ 'ਚ ਕੇਸ ਕਤਲ ਕਰਵਾਉਂਦੇ ਨੇ, ਜਾਂ ਕਈ ਗਲਤ ਕੰਮ ਕਰਦੇ ਨੇ, ਉਹ ਨਹੀਂ ਦੱਸ ਸਕਦੇ ਆਪਾਂ ਮੀਡੀਆ ਰਾਹੀਂ। ਤੇ ਪਰ ਨੌਜਵਾਨ ਵੀਰਾਂ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਦੇਖੋ ਵੀਰੋ, ਸਾਡੇ ਪੰਜਾਬ ਦੀ ਧਰਤੀ ਤੇ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ, ਜੋ ਪੰਜਾਬ ਦੀ ਧਰਤੀ, ਇਹ ਤੇ ਬਹੁਤ ਜਿਹੜੇ ਸਾਡੇ ਕੰਮ ਨੇ, ਜਿਹੜੇ ਕਰਨੇ ਵਾਲੇ ਨੇ। ਅਸੀਂ ਕੋਈ ਵੀ ਕੰਮ ਜਿਹੜਾ ਬਾਹਰ ਦਾ ਅੱਗੇ ਕਰਨਾ ਚਾਹੁੰਦੇ, ਇੱਥੇ ਵੀ ਕਰ ਸਕਦੇ ਆ। ਕੋਸ਼ਿਸ਼ ਕਰੀਏ ਜ਼ਰੂਰ ਕਿ ਇੱਥੇ ਪੰਜਾਬ ਦੀ ਧਰਤੀ ਤੇ ਰਹਿ ਕੇ ਆਪਦਾ ਲੋਕਾਂ ਨੂੰ ਮਜਬੂਰ ਕਰੀਏ ਇੱਥੇ ਪੰਜਾਬ 'ਚ ਆ ਕੇ ਤੁਹਾਡੇ ਵਾਸਤੇ ਕੰਮ। ਹੁਣ ਦੇਖੋ, ਯੂਪੀ ਤੋਂ ਸਾਡੇ ਵੀਰ ਆਉਂਦੇ ਨੇ, ਉਹ ਆ ਕੇ ਇੱਥੇ ਆ ਕੇ ਉਹਨਾਂ ਨੇ ਆਪਦੀਆਂ ਕੋਠੀਆਂ ਕਾਰਾਂ ਬਣਾ ਲਈਆਂ ਜੀ। ਪੰਜਾਬ ਵਾਲਿਆਂ ਨਾਲੋਂ ਵੱਧ ਜਿਹੜਾ ਤਰੱਕੀ ਕਰ ਰਹੇ ਨੇ, ਤੇ ਅਸੀਂ ਫਿਰ ਉੱਥੇ ਜਾ ਕੇ ਤਰੱਕੀ ਵੀ ਨਹੀਂ ਕਰ ਸਕਦੇ। ਤੇ ਇੱਥੇ ਕਿਉਂ ਅਸੀਂ ਆਪਦੀ ਪੰਜਾਬ ਦੀ ਧਰਤੀ, ਗੁਰੂ ਸਾਹਿਬਾਨਾਂ ਦੀ ਜਿਹੜੀ ਧਰਤੀ, ਉਹਨੂੰ ਛੱਡ ਕੇ ਜਾਈਏ? ਇੱਥੇ ਵੀ ਅਸੀਂ ਤਰੱਕੀ ਕਰ ਸਕਦੇ ਜੇ ਤੇ ਕਿ ਭਈਏ ਸਾਡੀ ਪੰਜਾਬ ਦੀ ਧਰਤੀ ਤੇ ਆ ਕੇ ਆਪਦੀਆਂ ਕੋਠੀਆਂ ਕਾਰਾਂ ਬਣਾ ਸਕਦੇ, ਤੇ ਅਸੀਂ ਪੰਜਾਬੀ ਹੋ ਕੇ ਆਪਣੇ ਪੰਜਾਬ ਦੀ ਧਰਤੀ ਤੇ ਰਹਿ ਕੇ ਕਿਉਂ ਨਹੀਂ ਬਣਾ ਸਕਦੇ? ਬਿਲਕੁਲ ਬਿਲਕੁਲ। ਬਾਬਾ ਜੀ, ਹੋਰ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਜੇ ਸ਼ਸਤਰਾਂ ਦੇ ਨਾਲ, ਜਾਂ ਫਿਰ ਕੋਈ ਹੋਰ ਕੋਈ ਜਾਣਕਾਰੀ ਐਸੀ ਸਾਂਝੀ ਜਿਹੜੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ? ਦੇਖੋ ਜੀ, ਮੈਂ ਇੱਕ ਤਾਂ ਬੇਨਤੀ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਸਮਝਦਾ ਕਿ ਅੱਜ ਕੱਲ੍ਹ ਦੇਖੋ ਸਾਡੀਆਂ ਭੈਣਾਂ ਤੇ ਬੜੇ ਹਮਲੇ ਹੋ ਰਹੇ, ਇੱਜ਼ਤ ਨੂੰ ਉਹਨਾਂ ਦੀ ਹੱਥ ਪਾਇਆ ਜਾਂਦਾ। ਮੈਂ ਉਹਨਾਂ ਭੈਣਾਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਕਿ ਭੈਣਾਂ, ਜਦੋਂ ਵੀ ਘਰ ਤੋਂ ਬਾਹਰ ਨਿਕਲੋ, ਘੱਟ ਤੋਂ ਘੱਟ ਜਿਹੜੀ ਸਾਡੀ ਡਰੈਸ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਸਾਡੇ ਅਸ਼ਲੀਲ ਵਾਲੇ ਕੱਪੜੇ ਨਹੀਂ ਹੋਣੇ ਚਾਹੀਦੇ, ਤਾਂ ਜੋ ਜਿਹੜਾ ਸਾਹਮਣੇ ਵਾਲਾ ਦੇਖ ਕੇ ਸਾਡੇ ਵੱਲ ਮਾੜੀ ਨਿਗਾਹ ਨਾਲ ਸਾਨੂੰ ਦੇਖੇ ਜਾਂ ਸਾਡੀ ਇੱਜ਼ਤ ਨੂੰ ਹੱਥ ਪਾਏ। ਜੇ ਤੁਸੀਂ ਇਦਾਂ ਦੇ ਕੱਪੜੇ ਪਾਉਂਦੇ ਆ, ਤੁਹਾਨੂੰ ਚੰਗੇ ਲੱਗਦੇ, ਪਰ ਤੁਹਾਡੀ ਇੱਜ਼ਤ ਨੂੰ ਹੱਥ ਵੀ ਪੈ ਰਿਹਾ। ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਭੈਣੋ ਆਪਣੀ ਇੱਜ਼ਤ ਦੀ ਰਾਖੀ ਦੇ ਲਈ ਕਰਾਟੇ ਅਤੇ ਸ਼ਸਤਰ ਵਿੱਦਿਆ ਜ਼ਰੂਰ ਸਿੱਖੋ। ਅੱਜ ਸੋਸ਼ਲ ਮੀਡੀਆ ਤੇ ਦੇਖੀਦਾ, ਹਰੇਕ ਭੈਣ ਤੇ ਕਹਿ ਸਕਦਾ ਲਗਭਗ ਕਈ ਭੈਣਾਂ ਤੇ ਬੜੇ ਅਤਿਆਚਾਰ ਹੋ ਰਹੇ। 5-5 ਸਾਲ 7 ਮੁੰਡੇ ਉਹਨਾਂ ਨੂੰ ਬੰਨ੍ਹ ਕੇ ਕੁੱਟਿਆ ਜਾ ਰਿਹਾ ਭੈਣਾਂ ਨੂੰ, ਕਿਸੇ ਨੂੰ ਕਿਤੇ, ਕਿਸੇ ਨੂੰ ਕਿਤੇ। ਇਹ ਬੜੀ ਸ਼ਰਮਨਾਕ ਜਿਹੜੀ ਘਟਨਾ ਏ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਭੈਣੋ ਆਪਣੀ ਇੱਜ਼ਤ ਦੀ ਰਾਖੀ ਦੇ ਲਈ ਕਰਾਟੇ ਅਤੇ ਸ਼ਸਤਰ ਵਿੱਦਿਆ ਜ਼ਰੂਰ ਸਿੱਖੋ। ਵੀਰਾਂ ਨੂੰ ਬੇਨਤੀ ਕਰਦਾ ਕਿ ਨਸ਼ੇ ਛੱਡੋ, ਕੇਸ ਰੱਖੋ, ਅੰਮ੍ਰਿਤ ਛਕੋ, ਸਿੰਘ ਸਜੋ, ਦਮਾਲੇ ਸਜਾਓ, ਤਿਆਰ ਬਰ ਤਿਆਰ ਹੋ ਕੇ ਆਪਣੇ ਧਰਮ ਦਾ ਪ੍ਰਚਾਰ ਅਤੇ ਧਰਮ ਦੇ ਵਿੱਚ ਸਿੱਖੀ ਕਮਾਉਣ ਦੀ ਜਿਹੜੀ ਦਾਤ ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਜ਼ਰੂਰ ਮੰਗੋ। ਦੂਸਰਾ, ਮੈਂ ਇੱਕ ਬੇਨਤੀ ਹੋਰ ਸੀ ਮੇਰੀ ਕਿ ਅੱਜ ਕੱਲ੍ਹ ਦੇਖੀਦਾ ਸਾਡੇ
ਵੀਰ ਬੜੇ ਨਸ਼ੇ ਕਰਦੇ, ਉਹ ਵੀਰਾਂ ਨੂੰ ਬੇਨਤੀ ਕਰਦਾ ਕਿ ਪ੍ਰੈਕਟੀਕਲ ਇੱਕ ਕਰਕੇ ਵੇਖਿਓ। ਮੈਂ ਆਪਣੀ ਜ਼ਿੰਦਗੀ ਦੇ ਅੰਦਰ, ਮੇਰੀ 26-27 ਸਾਲ ਦੀ ਲਗਭਗ ਉਮਰ ਹੋ ਚੁੱਕੀ, ਮੈਂ ਆਪਣੀ ਜ਼ਿੰਦਗੀ ਦੇ ਅੰਦਰ ਕਈ ਇਦਾਂ ਦੇ ਪਰਿਵਾਰ ਦੇਖੇ ਨੇ ਜਿਨ੍ਹਾਂ ਦੇ ਘਰੇ ਨਸ਼ਾ ਸੀ, ਨਸ਼ੇ ਕਰਕੇ ਘਰਾਂ ਦੇ ਘਰ ਜਿਹੜੇ ਬਰਬਾਦ ਹੋ ਚੁੱਕੇ ਨੇ ਜੀ। ਜੇ ਤੁਸੀਂ ਨਸ਼ਾ ਕਰਨਾ ਨਹੀਂ ਚਾਹੁੰਦੇ ਤੇ ਨਸ਼ਾ ਕਰੋ ਜਿਮ ਲਾਉਣ ਦਾ, ਕਬੱਡੀ ਖੇਲਣ ਦਾ, ਕ੍ਰਿਕਟ ਦਾ, ਵਾਲੀਬਾਲ ਖੇਡਣ ਦਾ। ਸਾਡੇ ਸਿੱਖ ਧਰਮ ਦੀਆਂ ਜਿਵੇਂ ਕੁਸ਼ਤੀਆਂ ਹੁੰਦੀਆਂ, ਸਾਡੇ ਸਿੱਖ ਧਰਮ ਦੇ ਅੰਦਰ ਗੱਤਕਾ ਹੁੰਦਾ ਏ, ਸ਼ਸਤਰ ਵਿਦਿਆ ਹੁੰਦੀ ਆ, ਘੋੜਸਵਾਰ ਹੁੰਦੀ ਆ, ਜਿਹਦੇ ਨਾਲ ਕਿ ਸਾਡਾ ਸਰੀਰ ਜਿਹੜਾ ਪ੍ਰਫੁੱਲਤ ਰਹਿੰਦਾ, ਤੰਦਰੁਸਤ ਰਹਿੰਦਾ। ਹਾਂ, ਇਹ ਨਸ਼ਾ ਤੁਸੀਂ ਇੱਕ ਵਾਰੀ ਪ੍ਰੈਕਟੀਕਲੀ ਜਿਮ ਲਾਉਣ ਦਾ ਕਰਕੇ ਵੇਖੋ। ਮੈਂ ਖੁਦ ਕਰਕੇ ਦੇਖਿਆ ਤੇ ਇਹ ਨਸ਼ਾ ਨਹੀਂ ਛੁੱਟਦਾ ਜਿਹੜਾ ਬੰਦਾ ਜਿਮ ਲਾਉਣ ਲੱਗ ਜਾਂਦਾ। ਬਹੁਤ ਬਹੁਤ ਧੰਨਵਾਦ ਬਾਬਾ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਚੰਗਾ ਲੱਗਾ, ਦਿਲ ਨੂੰ ਤਸੱਲੀ ਮਿਲੀ ਕਿ ਅੱਜ ਦੇ ਮਾਹੌਲ ਦੇ ਵਿੱਚ ਵੀ ਦੇਖ ਸਕਦੇ ਜੇ ਕਿ ਕਿਸ ਤਰੀਕੇ ਦੇ ਨਾਲ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ, ਵੱਖ-ਵੱਖ ਤਰੀਕੇ ਦੇ ਨਾਲ ਬਾਬਾ ਜੀ ਨਿਕਲਦੇ ਨੇ। ਕੋਈ ਐਸਾ ਪਿੰਡ ਨਹੀਂ ਆ ਪੰਜਾਬ ਦੇ ਵਿੱਚ, ਸ਼ਾਇਦ ਹੀ ਕੋਈ ਪਿੰਡ ਹੋਏ ਜਿੱਥੇ ਤੁਸੀਂ ਨਹੀਂ ਪਹੁੰਚੇ ਹੋਵੋਗੇ। ਤਾਂ ਹੁਣ ਪੰਜਾਬ ਤੋਂ ਬਾਹਰ ਜਾਣਾ ਜਿਹੜਾ ਉਹਦੀ ਸ਼ੁਰੂਆਤ ਬਾਬਾ ਜੀ ਕਰਨ ਜਾ ਰਹੇ ਨੇ, ਤਾਂ ਉੱਥੇ ਵੀ ਲਗਾਤਾਰ ਸਿੱਖੀ ਦਾ ਪ੍ਰਚਾਰ ਹੋਏਗਾ। ਤਾਂ ਸਿੱਖੀ ਦਾ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਕਿ ਜਿਹੜੇ ਸਾਰੇ ਸ਼ਸਤਰ ਤੁਸੀਂ ਦੇਖ ਰਹੇ ਜੇ, ਇਹ ਸਾਰੇ ਸ਼ਸਤਰ ਬਾਬਾ ਜੀ ਖੁਦ ਯੂਜ਼ ਕਰਦੇ ਨੇ। ਤਾਂ ਖੁਦ ਦੱਸਦੇ ਨੇ ਜਿਹੜੇ ਨੌਜਵਾਨ ਨੇ, ਜਿਹੜੇ ਕਿਤੇ ਨਾ ਕਿਤੇ ਖੁੱਸਦੇ ਜਾ ਰਹੇ ਨੇ, ਇਸ ਚੀਜ਼ ਨੂੰ ਭੁੱਲਦੇ ਜਾ ਰਹੇ ਨੇ, ਜਿਹੜੇ ਵਿਰਸਾ ਖਤਮ ਕਰਦੇ ਜਾ ਰਹੇ ਨੇ, ਉਹਨਾਂ ਨੂੰ ਸਮਝਾਉਣ ਦੀ ਪੂਰੀ ਜੱਦੋਜਹਿਦ ਕੀਤੀ ਜਾ ਰਹੀ ਹੈ ਇਸ ਗੁਰੂ ਦੇ ਸਿੰਘ ਵੱਲੋਂ। ਤੇ ਨਾਲ ਨਾਲ ਭੈਣਾਂ ਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ ਵੀ ਕੁਝ ਸ਼ਸਤਰ ਚਲਾਣੇ ਸਿੱਖੋ ਜਾਂ ਫਿਰ ਕਰਾਟੇ ਸਿੱਖੋ, ਜਾਂ ਤਾਂ ਜੋ ਤੁਸੀਂ ਆਪਣੀ ਰੱਖਿਆ ਖੁਦ ਕਰ ਸਕੋ, ਤੁਹਾਨੂੰ ਲਾਚਾਰ ਹੋ ਕੇ ਕਿਸੇ ਵੱਲ ਦੇਖਣਾ ਨਾ ਪਵੇ, ਤੁਹਾਨੂੰ ਲਾਚਾਰ ਹੋ ਕੇ ਇਹ ਇੰਤਜ਼ਾਰ ਨਾ ਕਰਨਾ ਪਵੇ ਕਿ ਕੋਈ ਸਾਡੀ ਜਾਨ ਬਚਾਉਣ ਵਾਸਤੇ ਆਏਗਾ। ਇੱਕ ਵੱਡਾ ਉਪਰਾਲਾ ਜਿਹੜਾ ਵਾ ਉਹ ਇਸ ਸਿੰਘ ਨੇ ਕੀਤਾ। ਤਾਂ ਤੁਸੀਂ ਹੁਣ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵਾਕਿਆ ਹੀ ਤੁਸੀਂ ਇਸ ਨੀਤੀ ਦੇ ਨਾਲ ਜੁੜਨਾ ਚਾਹੋਗੇ, ਇਸ ਜਿਹੜੀ ਪਹਿਲ ਕੀਤੀ ਗਈ ਹੈ ਇਹਦੇ ਨਾਲ ਜੁੜਨਾ ਚਾਹੋਗੇ। ਤਾਂ ਕਮੈਂਟ ਜ਼ਰੂਰ ਕਰਨਾ, ਕਮੈਂਟ ਬਾਕਸ ਦੇ ਵਿੱਚ ਇੰਤਜ਼ਾਰ ਰਹੇਗਾ ਸਾਨੂੰ ਵੀ, ਦਰਸ਼ਕਾਂ ਨੂੰ ਵੀ, ਤੇ ਨਾਲ ਬਾਬਾ ਜੀ ਨੂੰ ਵੀ। ਜੀ ਜੀ, ਮੈਂ ਕਵਿਤਾ ਮਾਂ ਦੀਆਂ ਸਾਂਝੀ ਕਰਦਾ ਮਾਂ। ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ, ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ, ਸਿਰ ਤੇ ਕਲਗੀ ਸੋਹੇ ਹੱਥ ਵਿੱਚ ਤੇਗ ਮਾਰੇ ਲਿਸ਼ਕਾਰੇ, ਸਿਰ ਤੇ ਕਲਗੀ ਸੋਹੇ ਹੱਥ ਵਿੱਚ ਤੇਗ ਮਾਰੇ ਲਿਸ਼ਕਾਰੇ, ਤੇਰੇ ਜਿਹਾ ਨਾਦਾਨੀ ਜਗ ਤੇ ਜੋ ਪੁੱਤਰਾਂ ਨੂੰ ਵਾਰੇ, ਤੇਰੇ ਜਿਹਾ ਨਾਦਾਨੀ ਜਗ ਤੇ ਜੋ ਪੁੱਤਰਾਂ ਨੂੰ ਵਾਰੇ, ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ, ਵਿੱਚ ਅਨੰਦਪੁਰ ਮੇਰੇ ਪ੍ਰੀਤਮ ਕੀਤੇ ਚੋਜ ਨਿਆਰੇ, ਧਾਰ ਖੰਡੇ ਦੇ ਵਿੱਚੋਂ ਪ੍ਰਗਟ ਕੀਤੇ ਪੰਜ ਪਿਆਰੇ, ਵਿੱਚ ਅਨੰਦਪੁਰ ਮੇਰੇ ਪ੍ਰੀਤਮ ਕੀਤੇ ਚੋਜ ਨਿਆਰੇ, ਧਾਰ ਖੰਡੇ ਦੇ ਵਿੱਚੋਂ ਪ੍ਰਗਟ ਕੀਤੇ ਪੰਜ ਪਿਆਰੇ, ਅੰਮ੍ਰਿਤ ਦੀ ਘੁੱਟ ਪੀ ਕੇ ਚਿੜੀਆਂ ਵੇਖੋ ਬਾਜ ਵੰਗਾਰੇ, ਅੰਮ੍ਰਿਤ ਦੀ ਘੁੱਟ ਪੀ ਕੇ ਚਿੜੀਆਂ ਵੇਖੋ ਬਾਜ ਵੰਗਾਰੇ, ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ, ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਹੀ ਚੰਗਾ ਲੱਗਾ, ਦਿਲ ਨੂੰ ਤਸੱਲੀ ਮਿਲੀ ਆ ਬਾਬਾ ਜੀ ਦੀਆਂ ਗੱਲਾਂ ਸੁਣਨ ਤੋਂ ਬਾਅਦ। ਦਿਲ ਤੇ ਚਾਹੁੰਦਾ ਹੈ ਕਿ ਮੈਂ ਵੀ ਸਿੰਘ ਬਣਾ, ਮੈਂ ਵੀ ਕੇਸ ਰੱਖਾਂ। ਤਾਂ ਹਰ ਇੱਕ ਪੰਜਾਬੀ ਵਾਸਤੇ, ਹਰ ਇੱਕ ਨੌਜਵਾਨ ਵਾਸਤੇ ਇੱਕ ਸਿੱਖਿਆ ਲੈ ਕੇ ਆਏ ਨੇ ਬਾਬਾ ਜੀ। ਤਾਂ ਵੱਡੀ ਗੱਲ ਹੈ ਕਿ ਕਿਸ ਤਰੀਕੇ ਨਾਲ ਪ੍ਰਚਾਰ ਕਰਦੇ ਪਏ, ਆਪਣਾ ਘਰ ਛੱਡ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ, ਵੱਖ-ਵੱਖ ਕਸਬਿਆਂ ਦੇ ਵਿੱਚ ਜਾ ਕੇ, ਤਾਂ ਹੁਣ ਪੰਜਾਬ ਤੋਂ ਬਾਹਰ ਜਾ ਕੇ ਵੀ ਪ੍ਰਚਾਰ ਦੀ ਸ਼ੁਰੂਆਤ ਕਰਨ ਜਾ ਰਹੇ ਨੇ। ਕੈਮਰਾ ਮੈਨ ਦਲੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।